ਗਰਾਰੀ ਫਰੀ ਹੋ ਗਈ ਗਰਾਰੀ ਫਰੀ ਪੱਕ ਵੀ ਲਾਉਂਦੀ ਤੇਰੀ ਆਪਣੀ ਕਿ ਬਸਦਾ ਅੱਛਾ ਤੂੰ ਮੇਰੀ ਗੱਲ ਸੁਣੇ ਨਾ ਇੱਧਰ ਆਇਆ ਮੇਰਾ ਤੂੰ ਮੇਰਾ ਪੁੱਤਰ ਆ ਫਰੈਂਡ ਦੀ ਭਾਈ ਨੇ ਫਰੈਂਡ ਹਾਂਜੀ ਇਹ ਮੈਨੂੰ ਗੱਲ ਦੱਸ ਜੀ ਮਾਂ ਘੋੜਾ ਤੂੰ ਮਾਰਿਆ ਗੰਡੇ ਸਿਆਂ ਗੰਡੇ ਸਿਆ ਦੇ ਵਜਾ ਹਾਂ ਇਹਨਾਂ ਦੇ ਮੂੰਹ ਵੀ ਕਮਾਤਾ ਵਾਲੇ ਰੋਣੇ ਵਰਗਾ ਉਹ ਤਾਂ ਪਿਆ ਬੈਠਾ ਹੀ ਮਾਫ ਕਰ ਦਿਓ ਜੀ ਗੱਡੀ ਹੋ ਗਈ ਮੈਂ ਤੇ ਕਿਤੇ ਹੋਰ ਨਿਸ਼ਾਨਾ ਲਾਇਆ ਸੀ ਤੁਹਾਨੂੰ ਵੱਜ ਗਿਆ ਤੁਸੀਂ ਮੈਨੂੰ ਸਲਾਹ ਦਿਓ ਮੈਨੂੰ ਚੁੰਮੀ ਲੈ ਕੇ ਨਾ ਮੇਰੀ ਤਾਲੇ ਕਰ ਦਿਓ ਆ ਗੱਲ ਤੇਰੀ ਚੁੰਮੀ ਮੇਰੀ ਲੈਣੀ ਕਿਹਦੀ ਕਹਿੰਦੇ ਚੋਰ ਦਾ ਮੁੰਡਾ ਚੋਰ ਦੀ ਮਾਂ ਬਣੋ ਇਸ ਦਾ ਤਾਂ ਕੀ ਮਤਲਬ ਇਹ ਮਤਲਬ ਚੁੰਮੀ ਮੈਂ ਤੇਰੀ ਮਾਂ ਦੀ ਲੈਣੀ ਤੁਸੀਂ ਗੰਡੇ ਸਿਆ ਵੀਰ ਕਹਿੰਦੀ ਆ ਹੈ ਇਹ ਤੈਨੂੰ ਕਿਹਨੇ ਕਰਨੇ ਬਾਹਰ ਤੁਸੀਂ ਮੇਰੇ ਮਾਰ ਲਓ ਰੋਣਾ ਮੈਂ ਤੈਨੂੰ 2 ਦਿਨ ਵਾਲੀ ਰੋਣਾ ਮਾਰਿਆ ਮੈਨੂੰ ਡੇਢ ਹੋ ਗਿਆ ਤੇ ਕੋ ਯਾਰ ਕੋਈ ਮਾਂ ਤੱਕ ਲੈ ਨਹੀਂ ਪਾਵਾਂਗੇ ਉਹ ਮੈਂ ਨਿਸ਼ਾਨੇ ਸਿੱਖ ਰਿਹਾ ਹਾਂ ਮੈਨੂੰ ਕੀ ਪਤਾ ਤੁਸੀਂ ਬੈਠੇ ਹੋ ਤੇ ਤੂੰ ਆਪਣਾ ਨਾਮ ਛੱਡ ਮੈਨੂੰ ਸਾਰੇ ਜਾਣੇ ਤੂੰ ਕਿਆ ਮੈਂ ਮੇਰੇ ਪੁੱਤਰ ਨੂੰ ਖਬਰ ਨਾ ਕੁਛ ਕਿਹਾ ਦੇ ਓਕੇ ਹਾਂ ਤੂੰ ਜਾ ਕੇ ਮਾਰ ਤੇ ਤੈਨੂੰ ਜੋੜਦੇ ਜਾ ਇਹ ਤੂੰ ਮੁੰਡੇ ਨੂੰ ਬੋਲਾ ਤੂੰ ਨਾਲ ਦੇ ਖਬਰਦਾਰ ਮੇਰੇ ਪੁੱਤਰ ਨੂੰ ਕੁਛ ਕਿਹਾ ਉਹਨੇ ਬੇਟੇ ਨੇ ਮੇਰੇ ਪੁੱਤਰ ਨਾਲ ਤਾਂ ਇੱਕ ਵੀ ਨਹੀਂ ਕਹਾ ਨਹੀਂ ਹੈਗਾ ਆ ਮੇਰੀ ਗੱਲ ਸੁਣ ਅੱਜ ਹੁਣ ਤੂੰ ਬੱਚੇ ਇੱਥੇ ਕਰਕੇ ਛਾਪੇ ਤੇ ਪੁਲਿਸ ਆਉਣਗੀ ਆਂ ਦੇ ਬੱਚੇ ਆ ਤੂੰ ਦੱਸ ਦੇ ਸਪਾਈ ਬਣਨਾ ਬੜੇ ਵੱਡੇ ਆਜ਼ਾਦ ਦੀ ਗੱਲ ਹੈ ਪਰ ਜ਼ਰੂਰੀ ਨਹੀਂ ਹੈ ਬਾਜੀ ਤੁਸੀਂ ਇਸ ਮੁਲਕ ਦੀ ਖਿਦਮਤ ਪਾਕ ਫੌਜ ਦਾ ਸਪਾਈ ਬਣ ਕੇ ਕਰ ਸਕਦੇ ਹੋ ਬੜੇ ਅਦਾਰੇ ਨੇ ਐਸੇ ਜਿਹੜੇ ਕੌਮ ਮੁਲਕ ਦੀ ਖਿਦਮਤ ਵਾਸਤੇ ਬਣੇ ਨੇ ਨਾਲੇ ਅੱਲਾਹ ਨੇ ਸਾਨੂੰ ਥੋੜੀ ਜਿਹੀ ਜ਼ਮੀਨ ਦਿੱਤੀ ਹੈ ਬਾਜੀ ਮੈਂ ਆਪਣੇ ਨਾਸ਼ਤਦਾਰੀ ਕਰ ਲਵਾਂਗਾ ਸਰਕਾਰ ਦੀ ਖਿਦਮਤ ਕਰ ਲਾਂਗਾ ਕੋਈ ਕਾਰੋਬਾਰ ਕਰ ਲਾਂਗਾ ਬਾਕੀ ਕੰਮ ਵੀ ਤਾਂ ਕਰਨੇ ਮੁਲਕ ਦੀ ਤਰੱਕੀ ਵਾਸਤੇ ਬੜੇ ਜ਼ਰੂਰੀ ਨੇ ਬਾਜੀ ਪਾਸ ਬਾਤ करे जिस पाक फौज विच मेरा दादा पाक फौज दा सिपाही मेरा बाप पाक फौज दा सिपाही ते अल्हम्दुलिल्लाह मैं आप पाक फौज दा सिपाही अरे सर अब ते लगे कर्तव्य दी हिफाजत नहीं अस्सी खिदमत करते रहे हैं एक किस तरह हो सकता है कि मेरे बाप मेरी नस्ल दे विचों पाक फौज दा सिपाही ना होवे ए तू पाक फौज दा सिपाही कब होएगा मेरी उधर तक गल हो गई है ये कैसा हो सकता है कि तू पाक फौज की खाकी वर्दी अपने वतन पे न सजावे बाजी ਤੁਹਾਡੇ ਜਜ਼ਬੇ ਨੂੰ ਸਲਾਮ ਹੈ ਪਰ ਮੈਂ ਆਜ਼ਾਦ ਮਾइंड ਦਾ ਇਨਸਾਨ ਹਾਂ ਬਾਜੀ ਮੈਂ ਪਾਬੰਦੀ ਵਾਲੀ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ मैं अपनी मर्जी ਨਾਲ अपनी जिंदगी गुजारना चाहता अपनी मर्जी ਨਾਲ बकवास बंद कर देख रही है खुर्शीद बेगम तेनू तमीज नहीं रही ओए सारा हाथ पे लगे जिस पाक पंचम मेरा दादा सलूट करता सी और मेरा बाप सलूट करता सी ते मैं आप सलूट करता सी एक किस तरह हो सकता है कि अब्दुल सलूट करने वाला मेरी नस्ल ही तो हो गए देखिए खुर्शीद बेगम कहते कि मैं अपनी मर्जी की जिंदगी जीना चाहना
यार तू बड़ा बोलना मैं तो रखे वाला तेरी कुड़ियां तो नहीं लेके आਉਂਦਾ मैं काटी बेवफाई कितनी किसने हाथ में क्या कर पिटी कोस पड़ा है वो भी बता रही थी कि जमीला तो कितना सबका है मैं बोल दे बच्चे आज सारा मेरे साथ कभी नहीं होती है हां मैं बच्चा नहीं आया तेरा कसूर है क्यों ऐ मौके ते हेल पैनी उसके कहने का है वो पता नहीं कितने करोगे ਮੈਂ ਪੁੱਛਿਆ ਮੈਂ ਕਿਹਾ ਤੇਰੀ ਕੁੜੀ ਬੱਚੇ ਨਹੀਂ ਆਉਂਦੀ ਕਹਿੰਦਾ ਸੇਵ ਕਰ ਲਈ तू मेरे जमीन बूटे ना फसी है एक कहने का लो अरे भाई ਮੈਂ ਕਿਹਾ सारे बोले पिछू खबर है जान तू कब देखा मैं उधर कटा कर दी ਹੁਣ ਕਹਿੰਦੀ ਕਾਲਾ ਉਹ ਕਹਿੰਦੀ ਨਹੀਂ ਆਲਾ ਕਾਲਾ ਹੈ अगर एक ही आना होता ना आज तेरी बुढ़ी ना तेरे छाट के जाती ਤੇ ਮੇਰੀ ਨਹੀਂ ਨਾ ਲਈ ਯਾਰ ਮੈਂ ਕਹਿ ਨਹੀਂ ਵੀ देखा तुसी और मैं कहता है अपना सारा जेब बूटे देता है ਓਏ ਤੂੰ ਉਹਨੂੰ ਖਾਣ ਨੂੰ ਕੁਝ ਨਹੀਂ ਦਿੰਦਾ क्यों ਉਹ ਤੇ ਮੂੰਹ ਨੂੰ ਕੱਢ ਕੱਢ ਕੇ ਖਾਣ ਲਈ की कह रहा की इधर मर जा फिर किसी चीज की कमी नहीं और आने मुझे नु मैं तेरी भी लता तोड़दागा मैं होती भी लता तोड़दागा अपनी दुकान रख के मैं अच्छी ज्वेलर हाय हाय इदी कमाई तो खा रही है जब मैंने 2 नंबर ज्वेलर कह रही है तो तेरा काम ना वे गारे के समोसे खाना रहे ਕੀ ਤਾਂ ਕੀ ਹੋਇਆ ਕੀ ਤੇਰੇ ਕੋਲ मेरी बुढ़ी ने लड़ा के क्यों इतना फंस गया ਭਾਈ ਜੀ ਕੀ ਗੱਲ ਹੈ ਤੁਸੀਂ ਖਾ ਲਿਆ ਕੀ ਕਰਾਂ ਕਿਉਂਕਿ ਮੈਨੂੰ ਇੱਥੇ ਸਮੈਲ ਆ ਰਹੀ ਆ ਧਨੀਆ ਮਗਲਾ ਜੋ ਆ ਰਹੀ ਉਹ ਇਹਦਾ ਹੀ ਫਕਰੀ ਰਹਿ ਇਹਦੀ ਕਿਹੜਾ ਸੱਟ ਲੱਗਦੀ ਹੈ ਇਹਦੀ ਦਿਮਾਗੀ ਸੱਟ ਲੱਗਦੀ ਹੈ ਤੇ ਕਰਕੇ ਬੁੱਢੀ ਦਾ ਹੋ ਰਿਹਾ ਹੈ ਸਾਲਾ ਹਰਾਮ ਜੋੜੇ ਘੰਟਾ ਆ ਬਾਹਰ ਹੀ ਨਹੀਂ ਆ ਰਿਹਾ ਜੋ ਇਹ ਨਾਈ ਦੇ ਉੱਤੋਂ ਵੇਖੇ ਤੋਂ ਉਸ ਤਰ੍ਹਾਂ ਲਾ ਕੇ ਉਹਦਾ ਖਰਬੂਜ਼ਾ ਕੱਟ ਕੱਟ ਕੇ ਖਾ ਰਿਹਾ कितने क्या है ਸਾਡੀ ਮੈਂ ਸਾਡੀ ਉਹਦੇ ਦੇਵਰ ਤੇ ਪਾਣੀ ਚੜਾ ਕੇ ਆਇਆ अपनी दुकान रख के ये ਬਲੀ ਪਈ ਇਹ ਦੁਕਾਨ ਤੇ ਜੀ ਦੁਕਾਨ ਤੇ ਘੱਟੀ ਪਈ ਕੱਪੜੀ ਹੋ ਗਏ ਪਾਣੀ ਚੜਾਣ ਗਿਆ ਤੇ ਪਤਾ ਨਹੀਂ 8-10 ਪਾਣੀ ਨਿਕਲ ਆਏ 8-10 पानी ਆਈ ਉੱਤੋਂ ਨੇ 2 ਪਾਣੀ ਲਾਏ ਚਲੋ ਆਈਆਂ ਦਾ ਪਾਣੀ ਨਿਕਲ ਆਇਆ मेरी ना अराया का पानी भी खेत में चला गए वो दिखे नहीं आए नहीं ਸਾਹਮਣੇ ਪਤਾ ਨਹੀਂ ਫਿਰ ਸ਼ੇਖਾ ਦਾ ਪਾਣੀ ਨਿਕਲ ਆਇਆ शेखा का पानी चढ़ाता ही झूठ बोल रहे ਇੱਕ ਤਾਂ ਪਾਣੀ ਹੋਰ ਥੱਲੇ ਗਿਆ ਤੇ ਮੇਰਾ ਵੀ ਨਿਕਲ ਆਉਣਾ ਮਰੀ ਗਿਆ ਮਰੀ ਅੰਦਰ ਇਹਨੂੰ ਛਲੀਆਂ ਫੜਾ ਕੇ ਨਿਕਲ ਗਿਆ ਇੱਕ ਬੰਦਾ ਨੇ ਕਹਿੰਦਾ ਤੇਰਾ ਪਿਓ ਡੁੱਬ ਕੇ ਮਰ ਗਿਆ ਕਹਿੰਦਾ ਨਹੀਂ ਐਡੀ ਕਹਿਣਾ ਤਾਂ ਉਹਨਾਂ ਨੇ ਠੀਕ ਹੈ ਐਡੀ ਕਰਦਾ ਉਹਨਾਂ ਨੇ 40-50 ਬੱਕਰੇ ਲਵੋਗੇ ਤੇ ਆਖਰੀ ਬੱਕਰਾ ਇਹੋ ਜਿਹਾ ਜਿਹੜਾ ਪਿੱਛੋਂ ਉੱਪਰ ਦੇ ਕੇ ਚੜਾਉਣਾ ਚੱਲਦਾ चलो पैदा है तेरी मां अल्ट्रासाउंड कराने के लिए डॉक्टर ने चेक करके गया बीबी बच्चा बुच्चा कोई नहीं तेरे अंदर चिकड़ होया ਜਦੋਂ ਤੂੰ ਜੰਮਿਆ ਤੇਰੀ ਮਾਂ ਤੇ ਬੈਰੀ ਕੋਟ ਬਣਾ ਕਰਿਆ ਉਹ ਤੀਨੀਆਂ ਜਹਾਜ਼ ਦੇ ਵਿੱਚ ਬੈਠਾ ਨਾ ਉੱਤੇ ਜਾ ਕੇ ਇਹਨੂੰ ਕਹਿੰਦੀ ਜਹਾਜ਼ ਖਰਾਬ ਹੋ ਗਿਆ ਦੁਆਵਾ ਕਰੋ ਜਹਾਜ਼ ਤਬਾਹ ਹੋਣ ਲੱਗਾ ਲੋਕੀ ਦੁਆ ਕਰ ਰਹੇ ਕਹਿੰਦਾ ਨਾ ਕਰੋ ਜਿਹਨੇ ਕਿ ਦੁਆ ਕਰਨੀ ਉਹਦੇ ਕੋਈ ਚੱਲੇ तेरा जो क्या है ना तेरा ते चाचे का चेक दिया तो स्वाद ਉਹ ਮੇਰਾ ਨਹੀਂ 2 दिन तो उचारा है सोचा है शुरू किथों होना ਇਹ ਦਰਜੀ ਨੂੰ ਕੱਪੜੇ ਬਣਾ ਕੇ ਦਰਜੀ ਕੱਪੜੇ ਦੇ ਪੈਸੇ ਨਹੀਂ ਲੈਂਦਾ ਸਿਰਫ ਰਕਸ਼ੇ ਦੇ ਪੈਸੇ ਲੈਂਦਾ ਨਹੀਂ ਇਸ ਕੇ ਸਾਲ ਚਲਾਉਂਦਾ ਅੱਜ ਕੱਲ ਖਬਰ ਦੇਖੋ ਤੇ ਮੁੰਜੀ ਚੌਂਕ ਇਹ ਦੇਖੀਏ ਤੇ ਮੇਰੇ ਬਾਕੀ ਸਾਰੇ ਉੱਤੇ ਅੱਗ ਲਾ ਦੇਣਾ ਇਹ ਕਮਰਾ ਪੰਚਾਇਤ ਵਾਲਾ ਤਾਂ ਜਿਹੜਾ ਉਹਨਾਂ ਦਾ ਛੱਡਾ ਲੈ ਦੇ ਮਾਰ ਨਾ ਵੇ ਪੂਰੇ ਇਹਦਾ ਲੱਗਦਾ ਚੇਤ ਦਾ ਭਰ ਕਰ ਆ ਬੈਠੀ ਨੇ ਜਿੱਡਾ ਵੱਡਾ ਮੂੰਹ ਹੈ ਇਹ ਤਾਂ 100 ਮੀਟਰ ਕਿਉਂ ਨਹੀਂ ਲੋਗੇ 100 ਮੀਟਰ ਦਾ ਲਵਾ ਇਹਦੇ ਘਰ ਡਾਕੂ ਆਏ ਲੈ ਕੇ ਕੁਛ ਨਹੀਂ ਗਏ ਜਾਂਦੇ ਇਹਨਾਂ ਨੂੰ ਕਰੀਮਾਂ ਲਿਖ ਕੇ ਦੇ ਗਏ ਆਪਣੇ ਸਹੁਰੇ ਨੂੰ ਜਾ ਕੇ ਕਹਿੰਦਾ ਤੁਹਾਡੀ ਟੀਮ ਨੂੰ ਪੋਤੀ ਨਹੀਂ ਲੱਗਦੀ ਕਹਿੰਦਾ ਆਪਣਾ ਆਪਣਾ ਨਦੀਪ ਆ ਇੱਧਰ ਕੋਈ ਭੁੱਲਾ ਕੋਈ ਸੀ जब अमेरिका गया उसे पढ़ा गया अमेरिका गया पढ़ा गया मैं तेरा नाम ही कहना जॉन पूरा
ਮੇਰੀ ਗੱਲ ਸੁਣ ਵਾਸੀ हाँ ਤੁਹਾਨੂੰ ਪਤਾ ਜਿਹੜਾ ਬੰਦਾ ਵਾਪਸ ਆਇਆ ਅਸੀਂ ਤੰਗ ਨਹੀਂ ਕਰਦੇ ਸੀ ਆਪਣੇ ਉਸਤਾਦ ਨਾਲ ਗੱਲ ਕਰੇ ਸਾਜੀ ਇਹ ਜ਼ੇਵਰ ਮੈਂ ਲੈ ਆਇਆ ਫੋਨ ਕਰ ਲਾ ਮੈਨੂੰ ਫੋਨ ਕਰ ਲਾ ਗੱਲ ਹੋ ਗਈ ਫੋਨ ਕਰ ਲਾ ਹਾਂ ਕਿੱਥੇ ਇਹ ਚੋਰੇ ਕੱਢ ਲਈ ਇਹਦਾ ਕੱਢ ਲਈ ਇਹਨੇ ਚੋਰੀ ਕੀਤੀ ਹੈ ਚੋਰੀ ਦੀ ਕਿਉਂ ਕਰ ਮੇਰਾ ਹਾਲ ਇਹ ਤਲਾਸ਼ੀ ਨੂੰ ਨਹੀਂ ਇੱਕ ਮਹੀਨਾ ਲੱਗਣਾ ਤੇ ਤਲਾਸ਼ੀ ਲੈ ਲਾ क्यों इतना मारे भूखने ਮੈਂ ਸਾਲੀ ਨੌਕਰੀ ਦਾ ਤੂੰ ਕਰ और यार दूसरी जबान ਇਸ ਲੱਗਾ ਉਹਦੇ ਕੋਲ ਵੀ ਮਾਰ ਦੇ ਦਿੱਤਾ ਮੈਂ ਸਾਲੀ ਨੂੰ ਦੇਖਣਾ मैं क्या कराते थे वापस आ जाएगा ਜਿੰਨੇ ਇਹਨੂੰ ਪਾਣੀ ਲੱਗੇ ਨੇ ਮੈਨੂੰ ਲੱਗ ਜਾ ਰੋੜ ਕੇ सेवन पॉइंट ਇਹ ਡਰਾਮਾ ਬਹੁਤਾ ਕੋਇਆ ਕਰਕੇ ਹੈ ਤੱਕ ਨਾਲ ਦੀ ਸੀੜੀਆਂ ਮਾਰੀ ਜਾਂਦੇ ਚੌਕੀਦਾਰ ਦਾ ਮੁੰਨਾ हम आपको कुछ नहीं समझते क्या करना लेती है नमस्ते हम आपके साथ नहीं फंसते कौन है आप मैं सर्दियां च औरतां ਨੂੰ ਨਹਾਉਣ ਦੇ ਤਰੀਕੇ ਦੱਸਣਾ क्या हरकत है ये ਇਹ ਕੀ ਹਰਕਤ ਹੈ आप मुझे ना कुछ और लग रहे हैं ਇਹੋ ਜਿਹੀ ਕੁੜੀ ਪਰਸ ਬਰਬਾਰ ਆਦੀ ਫੜਦੇ ਮੁੰਡਿਆਂ ਦਿਲ ਘੜੇ ਤੇ ਗਾ ਦੇ आपको पता है हम कौन है कौन है हम इंडिया से आए हैं इंडिया से हाँ पूरे क्रॉस करके आए हैं ਤੇ ਲੀਗਲ ਤਰੀਕੇ ਨਾਲ ਆ ਜਾਂਦੀ कैसे ਮੇਰੇ ਨਾਲ ਵਿਆਹ ਕਰਕੇ ਮੇਰਾ ਵੀਜ਼ਾ ਲਵਾ ਦੇਣਾ ਸੀ नहीं मुझे कोई खूबसूरत लड़का चाहिए ਆ ਖੂਬਸੂਰਤ या ये खूबसूरत है अच्छा ये बताएं आपकी शादी हुई है शादी ਹੋਈ ਸੀ ਤਲਾਕ ਹੋ ਗਈ क्यों ਅਬੋਟੀ ਦੇ ਨਾਲ ਜਿਹੜੀ ਔਰਤ ਨਹੀਂ ਹੁੰਦੀ हाँ ਮੈਂ ਕਿਹਾ ਮੇਰੀ ਬੁੱਢੀ ਨੇ ਤਾਂ ਸਾਰੀ ਜ਼ਿੰਦਗੀ ਇੱਥੇ ਰਹਿਣਾ ਇਹਨੇ ਕਿਹੜਾ ਰੋਜ਼ ਰੋਜ਼ ਆਉਣਾ आपको इतना शर्म नहीं लगता बस मैं उसको परोठा पकवा के खा लिया चलो फंस गया अच्छा फंस गए आप फंस गया लेकिन ये बात ਚਾਹੇ ਵੀ ਲੰਮੀ ਕੁੜੀ ਦਾ ਬੱਚਾ ਨਹੀਂ ਗਵਾਚਦਾ कैसे ਚੌਥੇ ਮਹੱਲੇ ਖੇਡਦਾ ਹੋਵੇ ਨਾ ਲੱਤ ਲੈ ਕਹਿੰਦੀ ਨਹੀਂ ਚਲੋ ਬੇਟਾ ਘਰ ਆਓ सेफ्टी है मेरी बात सुने पूरा इंडिया घूम के देख लिया अभी तक सच्चा प्यार नहीं मिला अच्छा प्यार नहीं मिला नहीं बुद्धि ਨੂੰ ਮਿਲੀ ਹੈ कुछ भी नहीं है ये बड़े 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 पाइप नाके मार के आइए आपकी नजर में कोई लड़का है खूबसूरत हाँ है कहाँ है मुझे ये बताएं हम पहले सदा कर रहे हैं ड्रामा पता नहीं क्या आपके पाकिस्तान के लोग कैसे लोग हैं खाते ही इन्होंने इतना खा लेते हैं अब अनुवाद तो साफ ही लाया ये गब्बर ये ना काफी है इसके पुर ते पुर मेरी बात सुने आवाज तो साफ नहीं लाया इन्होंने तराबियत भी बहुत शिकर पे कैसे आपको तो पता ही है, आप तो इंडिया से आए हैं। क्या देखने आए हैं? देखिए पूरा हिंदुस्तान घूम के देखिए इतना बड़ा तो है ही नहीं इससे भी बड़ा है वाह फिर आपने पूरा देखा हुआ है। पूरा देखिए मेरी बात सुने आपकी हाइट भी पूरा देखने वाली है आपको तो दूर से भी नजर आ जाता इंज कुड़ी नाम दे बंदे ने कह दी कुंडी भी लाई नहीं हुंदी ये कौन है चार कुड़ियां नचदियां ਹੁੰਦੇ ਇਹੋ ਜਿਹਾ ਮੁੰਡਾ ਨਾਲ ਦੀ ਸੀਟ ਤੋੜ ਕੇ ਕਿੱਦਾਂ ਹੈ ਭਾਈ ਮੇਰੀਆਂ ਭੈਣਾਂ ਨੇ आपकी देखिए नहीं जी जिसकी है वो कर रहा है पुर अच्छा मेरी बात सुने पूरा हिंदुस्तान घूम के देखिए लड़ के ड्राइव को शरीर कितनी कहां बात है ओके जी मेरी बात सुने अभी तक सच्चा प्यार नहीं मिला मुझे आप पाकिस्तान आ गई है ना इधर आपको सच्चा प्यार भी मिलेगा और बेहतरीन ये भी मिलेगा हाँ ये कैसे जितना क्यों हंसते हैं इन मसला है क्या मसला है सुहागरा आदमी गुड्डी छाड़ के चलेगी घुट चौक के सारी रात यही कर रहे हैं कितनी अच्छी हो गई आप मुझे खूबसूरत है ना ਇਸ ਗੱਡੀ ਤੇ ਤੋਂ ਬਣਵਾਉਂਦਿਆ ਵੇਖਿਆ ਮੈਂ ਪਿਛਲੇ ਵੀਡੀਓ ਦੀ ਪਹਿਲੀ ਕਿਸ਼ਤ ਅਦਾ ਕੀਤੀ 15 ਦਿਨ ਤੇ ਮੈਂ ਡਰਾਮਾ ਕਰਦਾ ਜਿਹੜੇ ਸ਼ੋਰੂਮ ਤੋਂ ਬਾਹਰ ਲੋਕ ਮੈਂ ਕਹਿ ਰਿਹਾ ਇਦੋਂ ਨਹੀਂ ਸੀ नहीं मैं सच में कह रही हूँ आप शादीशुदा हैं नहीं अभी मैं नहीं जरूरत शुदा है अच्छा थोड़ा मुंडा ਨੂੰ ਪਤਾ ਜ਼ਰੂਰ ਹੀ ਹੈ आपको पता ही सफरी साहब ने अपनी कबर च मोरी कराती मैं क्या कि कहंदा उन्होंने साथ मसला ਸੀ ਇਹਦੀ
ਮਹੱਲੇ ਦੇ ਮੁੰਡਿਆਂ ਦਾ ਵਾਕਫੀ ਤੇ ਮੋਰੀ ਤੋਂ ਬਾਹਰ ਆ ਹੀ ਨਹੀਂ ਰਿਹਾ ਇਹ ਪਾਕਿਸਤਾਨ ਦੇ ਸ਼ਹਿਰ ਕਿਵੇਂ ਆਈ ਆ ਚਾਹ ਕਿਹੜੀਆਂ ਸੀ ਆਈ हाँ माशाल्लाह हमारी मेहमान है अपना क्या खाना पीना आपने खाना पीना छोड़े मुझे ये बताएं कि ये लाहौरियों की क्या पहचान है ओ और ये सब तो बड़ी मिसाल है तो वो इस खंडे की तरह की हो फिर की होया और कराटे का ਇਹਨਾਂ ਦੀ ਜ਼ਿੰਦਗੀ ਲਾਹੌਰੀਆਂ ਦੀ 1 to 5 ਤੋਂ ਸ਼ੁਰੂ ਹੁੰਦੀ इस बच्चे ते मुक जाती ਲਾਹੌਰੀਏ ਬੜੇ ਤੇ 1 to 5 ਤੇ ਮੁੱਕ ਜਾਂਦੀ ਲਾਹੌਰੀਏ ਬੜੇ 120 ਤੇ ਜਾ ਰਹੇ ਨੇ ਤੇ ਕਿੱਥੇ ਨਹੀਂ ਜਾਂਦੇ ਲਾਹੌਰੀਏ ਬੜੇ ਸੁਣਾਦੇ ਨੇ अच्छा ਲਾਹੌਰ ਦੇ ਲਾਣੇ ਤੇ ਆਪਣੀ ਬੁੱਢੀ ਨਾਲ ਗੱਲ ਹੀ ਬੜੀ ਸੋਹਣੀ ਕਰਦੇ ਨੇ ਕੀਤੀ ਕਾਨੀ ਹੈ ਖਰਚਾ ਵੀ ਪੂਰਾ ਲੈਣੀ ਹੈ ਫਿਰ ਦੌੜ ਗਿਆ ਕਿਸੇ ਨੂੰ ਬਲੇ ਨਾ ਕਰਿਆ ਗਣਾ ਗਵਾਜ ਕੇ ਨਾ ਕਰੇਗੇ यहाँ पाकिस्तान है पाकिस्तान में कैसे तुम्हारी जगह तो हिंदुस्तान है हिंदुस्तान और ये हमारी जगह नहीं और हिंदुस्तान भी हमारी जगह नहीं हमारा खालिस्तान खालिस्तान है खालिस्तान और याद रखना खुदी क्यों नहीं जब हम हिंदुस्तान से गुजरात को आजाद करेंगे खालिस्तान बना के रहेंगे आजाद रहेंगे कभी बकवास बंद रख बकवास बुद्धि से सवाल निकाल कर तुम्हारे पास इसीलिए तो जब पाकिस्तान आजाद हुआ था तो हमारे चार टुकड़े हिला गए थे और आज हम इस पाक सरजमीन पर पाक जाओगे अपने पाकिस्तानी मुसलमान करके इज्जत की जिंदगी गुजार रहे हैं इज्जत की तुम्हारी सिपाही हिंदुस्तान में बैठे और हमारी वजह से वहां पर इज्जत की जिंदगी गुजार रहे इज्जत की और तुम क्या पाकिस्तान की दुनिया है सबक सिखाने आया हूँ तुम जैसे भारत काफियों हमें पता चला है कि हिंदुस्तान के बारे में बैठकर यहाँ बहुत से लोग साजिशें कर रहे हैं इस्लाम और तो पाकिस्तानियों से और इसे हिंदुस्तान बॉर्डर का हिस्सा बना दूंगा हिस्सा बताओ मुझे पता चला है कि कुछ ही दिनों पहले यहाँ सत्तर खान पाकिस्तानी फौज से रिहाई उससे हमारी हिंदुस्तानी फौज को बहुत खतरा है इधर आइए, इधर आओ। खतरा बन सकता है इसलिए और सत्तर खान को गिरफ्तार करके आया हूँ कहाँ है वो कहाँ है वो बोलो कहाँ है इस दिल में रहता है अपने बाप और हर सिपाही दिल में रहता है अरे कोई ना भाग हमारे हरामी तक पहुंचा तो हम उसे काट कर फेंक देंगे फेंक देंगे फेंक देंगे राम इतना छोटा इंसान और इतनी बड़ी जुबान काट डालूंगा तुम्हारी ये जुबान ये झंडा जब हम हिंदुस्तानी बॉर्डर से देखते हैं तो खून खौलता है हमारा खून खौलता है और आज मैं ये झंडा यहाँ से लेकर जाऊंगा और यहाँ अपना हिंदुस्तानी तिरंगा लहराऊंगा अल्लाह और आगे और उतार झंडे में फेंको अपने
जिंदगी में पहली मरतबा मेजर रणधीर को इस गांव से शिकस्त मिली। मेरी वजह से मेरा गांव के सर झुक गए और इस शिकस्त ने मुझे पागल कर दिया। पागल आज मैं इस तिरंगे को उतार यहाँ तिरंगा लहराकर इन झंडे को उतार कर जाऊंगा और इस गांव का एक एक फर्द मार एक हवादार सफदर खान थे। आज मैंने तेरे गांव का एक एक फर्द मार दिया और अब देखता हूं किस माई के नाम में जरूरत है जो इस झंडे को मुझे यहाँ से ले जाने के लिए और तिरंगे को यहाँ लहराने के लिए रोकेगा। भैया यस सर, बढ़ो आगे और उतार वाले झंडे को लेकर चलो सर। अल्लाहू अकबर, अल्लाहू अकबर, अल्लाहू अकबर, अल्लाहू अकबर। सरदक के हथे की पला तुझको मेरा ईमान का है रखवाला तू, ईमान का है रखवाला तू, इस्लाम का है रखवाला तू, ईमान है तेरा मेरा बाप भी बाप फौज का सिपाही था। मेरा बाप भी बाप फौज का सिपाही था। आज उनका बेटा उनकी नस्ल को आगे बढ़ा के आज खुद पाक फौज का सिपाही बन चुका है। मेरी नस्ल में वतन की मोहब्बत और ईमानदारी की ताकत है और इस नस्ल में वतन की मोहब्बत और ईमान की ताकत हो और नस्ल अपने वतन का दिफा करना बहुत अच्छी तरह जानती है, बहुत अच्छी तरह जानती है। आज दूसरी नस्ल के हाथों हमारा खात्मा होगा। मैं मुझे गोली मत मारना, भगवान का वास्ता मुझे गोली मत मारना। मैं जान चुका हूँ कि तुम लोग बहुत बहादुर लोग हो। तुम लोगों से हमें लड़ना नहीं चाहिए। ये भारत सेना ने तो ऐसे ही आप लोगों से टक्कर ले रखी है। मैं चाहूंगा, मैं उनसे बात करूंगा, मैं उनको समझाऊंगा, मेरा विश्वास करो, मैं उनको बोलूंगा और तुम ये घर भी चाहे मुझसे ले लो। आज के बाद भारत फौज कभी यहाँ नहीं जाएगी। मुझे माफ कर दो। एक हवादार समदर खान, मैंने तेरे गांव का एक फर्द और तेरा बेटा भी पता कर दिया। अब मेजर रणधीर तुम्हें गिरफ्तार भी करेगा और इस परचम को भी देकर जाएगा। मेजर रणधीर तुम्हारे नापाक जब तक इस धरती पर बेटों को जन्म देने वाली माएं जिंदा है, ये परचम लहराता रहेगा। जब तक कलमाए हक की सजाएं जिंदा है, ये परचम लहराता रहेगा। और जब तक उम्मते नबी की दुआएं ये परचम लहराता